ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਰਿਹਾ ਕਿਸਾਨ ਅੰਦੋਲਨ ਦਾ ਅੱਜ ਦਾ ਦਿਨ। ਦਿੱਲੀ ਦੀਆਂ ਸਰਹੱਦਾਂ ਤੇ ਨੌਜਵਾਨਾਂ ਨੇ ਸਾਂਭੀ ਸੰਘਰਸ਼ ਦੀ ਕਮਾਨ। ਬੰਗਾ ਦਾਣਾ ਮੰਡੀ ਵਿਖੇ ਕਿਸਾਨ ਮਹਾਸਭਾ ਦਾ ਆਯੋਜਨ। ਤੇਜ਼ ਬਾਰਿਸ਼ ਅਤੇ ਝੱਖੜ ਕਾਰਨ ਖਟਕੜ ਕਲਾਂ ਦੀ ਥਾਂ ਬੰਗਾ ਵਿਖੇ ਇਕੱਠੇ ਹੋਏ ਹਜ਼ਾਰਾਂ ਕਿਸਾਨ। तेज मीह ते झक्खड़ ने सूबे च कई थाई जमीन ते विछाई कणक दी फसल। किसानां नूं कणक दा झाड़ घट निकलण ते क्वालिटी प्रभावित होण दा खदशा। तलवंडी साबो च सूआ टुੱਟਣ नाल 10 किले कणक दा नुकसान। केंद्र ने कोरोना टीकाकरण लई 1 अप्रैल तो 45 साल तो उपर दे सारे लोकां नूं टीका लगवाउण दी दित्ती इजाजत। कैप्टन ने कीती सी केंद्र सरकार नूं अपील। ਅਤੇ ਕੇਂਦਰ ਸਰਕਾਰ ਨੇ ਵਿਸਾਖੀ ਮੌਕੇ ਪਾਕਿਸਤਾਨ ਜਥਾ ਭੇਜਣ ਦੀ ਦਿੱਤੀ ਇਜਾਜ਼ਤ। 12 ਤੋਂ 21 ਅਪ੍ਰੈਲ ਤੱਕ ਸ਼ਰਧਾਲੂ ਕਰ ਸਕਣਗੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ। ਤੇ ਹੁਣ ਖਬਰਾਂ ਦਾ ਵਿਸਤਾਰ। ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ 26 ਮਾਰਚ ਨੂੰ ਤਕਰੀਬਨ 4 ਮਹੀਨੇ ਪੂਰੇ ਹੋ ਜਾਣਗੇ। ਇਹਨਾਂ 4 ਮਹੀਨਿਆਂ ਦੌਰਾਨ ਹੁਣ ਤੱਕ ਜੋ ਵੀ ਕੋਈ ਸਮਾਗਮ ਹੋਇਆ ਉਸ ਨੂੰ ਕਿਸਾਨਾਂ ਨੇ ਦਿੱਲੀ ਦੀ ਸਰਹੱਦ ਤੇ ਹੀ ਮਨਾਇਆ। ਇਸੇ ਤਰਜ਼ ਤੇ ਅੱਜ ਦਾ ਦਿਨ ਕਿਸਾਨ ਜਥੇਬੰਦੀਆਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ। ਅੱਜ ਦਿੱਲੀ ਦੇ ਸਾਰੇ ਬਾਰਡਰਾਂ ਤੇ ਸਟੇਜਾਂ ਦੀ ਕਮਾਨ ਨੌਜਵਾਨਾਂ ਦੇ ਹੱਥ ਰਹੀ। ਨੌਜਵਾਨਾਂ ਨੇ ਜੋਸ਼ੀਲੇ ਭਾਸ਼ਣ ਦਿੱਤੇ ਅਤੇ ਖੇਤੀ ਕਾਨੂੰਨ ਰੱਦ ਹੋਣ ਤੱਕ ਦਿੱਲੀ ਵਿਖੇ ਡਟੇ ਰਹਿਣ ਦਾ ਅਹਿਦ ਲਿਆ। ਦੱਸਦੀ ਕਿ ਕਿਸਾਨ ਜਥੇਬੰਦੀਆਂ ਵੱਲੋਂ 26 ਮਾਰਚ 2021 ਨੂੰ ਭਾਰਤ ਬੰਦ ਦਾ ਵੀ ਐਲਾਨ ਕੀਤਾ ਗਿਆ। ਸ਼ਹੀਦੀ ਦਿਹਾੜੇ ਤੇ ਕਿਸਾਨ ਭਾਰਤ ਬੰਦ ਨੂੰ ਲੈ ਕੇ ਅੱਗੇ ਦੀ ਰਣਨੀਤੀ ਵੀ ਤਿਆਰ ਕਰ ਰਹੇ ਨੇ। 28 ਮਾਰਚ ਨੂੰ ਹੋਲੀ ਵਾਲੇ ਦਿਨ ਕਿਸਾਨ 3 ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜਨਗੇ। ਉਧਰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਅੱਜ ਕਰਵਾਈ ਜਾਣ ਵਾਲੀ ਕਿਸਾਨ ਮਹਾਸਭਾ ਦਾ ਤੇਜ਼ ਬਾਰਿਸ਼ ਅਤੇ ਝੱਖੜ ਕਾਰਨ ਸਥਾਨ ਬਦਲਣਾ ਪਿਆ। ਦੇਰ ਰਾਤ ਹੋਈ ਬਾਰਿਸ਼ ਕਾਰਨ ਮਹਾਸਭਾ ਦੀ ਸਟੇਜ ਤੇ ਸ਼ਮਿਆਨੇ ਨੁਕਸਾਨੇ ਗਏ, ਜਿਸ ਮਗਰੋਂ ਕਿਸਾਨ ਜਥੇਬੰਦੀਆਂ ਨੇ ਬੜੀ ਮਿਹਨਤ ਨਾਲ ਬੰਗਾ ਦੀ ਦਾਣਾ ਮੰਡੀ ਨੂੰ ਮਹਾਸਭਾ ਲਈ ਤਿਆਰ ਕੀਤਾ। ਸ਼ਹੀਦ ਭਗਤ ਸਿੰਘ ਨੂੰ ਖਟਕੜ ਕਲਾਂ ਵਿਖੇ ਸਜਦਾ ਕਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਸ ਮਹਾਸਭਾ ਵਿੱਚ ਭਾਗ ਲੈਣ ਲਈ ਪਹੁੰਚੇ। ਕਈ ਵੱਡੇ ਕਿਸਾਨ ਆਗੂਆਂ ਤੇ ਪੰਜਾਬੀ ਕਲਾਕਾਰਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਭਗਤ ਸਿੰਘ ਤੋਂ ਸੇਧ ਲੈ ਕੇ ਨੌਜਵਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਅਤੇ ਉਹਨਾਂ ਨੂੰ ਇਸ ਸੰਘਰਸ਼ ਵਿੱਚ ਜ਼ਰੂਰ ਸਫਲਤਾ ਹਾਸਲ ਹੋਵੇਗੀ। ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਦੱਸ ਦਿਆਂ, ਜਿਹੜੀ ਸਾਡੀ ਜ਼ਿੰਮੇਵਾਰੀ ਹੈ, ਅੱਜ ਸਰਕਾਰ ਮੇਜ਼ ਤੇ ਕਿਉਂ ਨਹੀਂ ਬਹਿੰਦੀ ਇਹ ਸਮਝ ਲੈਣਾ ਚਾਹੀਦਾ ਹੈ। ਸਰਕਾਰ ਅੱਜ ਤੱਕ ਦੇ ਸਭ ਤੋਂ ਵੱਡੇ ਝੂਠਿਆਂ ਦੀ ਸਰਕਾਰ ਹੈ। ਅਸੀਂ ਪਹਿਲੀਆਂ 4 ਮੀਟਿੰਗਾਂ ਵਿੱਚ ਜਿਹੜੀਆਂ 6-6 ਘੰਟੇ ਚੱਲੀਆਂ, ਕਲੌਜ਼ ਬਾਈ ਕਲੌਜ਼ ਬਹਿਸ ਕਰਕੇ ਕੱਲੇ ਕਾਨੂੰਨ ਨੂੰ ਦੇਸ਼ ਵਿਰੋਧੀ ਅਤੇ ਸੰਵਿਧਾਨ ਦੇ ਵਿਰੁੱਧ ਸਾਬਤ ਕਰ ਚੁੱਕੇ ਹਾਂ। ਸਰਕਾਰ ਨੂੰ ਸਾਡੀ ਕਿਸੇ ਗੱਲ ਦਾ ਜਵਾਬ ਨਹੀਂ ਸੀ। ਇਹੋ ਗੱਲ ਹੈ ਜਿਹੜਾ ਅੱਜ ਕਹਿੰਦੇ ਨੇ ਸੋਧਾਂ ਕਰਾਂਗੇ, ਕੋਈ ਸੁਪਨਾ ਨਹੀਂ ਆਇਆ ਉਹਨਾਂ ਨੂੰ ਸੋਧਾਂ ਦਾ। ਜਦੋਂ ਅਸੀਂ ਇੱਕ ਕਲੌਜ਼ ਤੇ ਬਹਿਸ ਕਰਦੇ ਸੀ ਉਦੋਂ ਹੀ ਕਹਿੰਦੇ ਸੀ ਅੱਛਾ ਇਹਦੇ 'ਚ ਆਹ ਸੋਧ ਕਰ ਦਿੰਦੇ ਹਾਂ। ਦੂਜੀ ਕਲੌਜ਼ ਤੇ ਬਹਿਸ ਕਰਦੇ ਸੀ, ਅੱਛਾ ਇਹਦੇ 'ਚ ਆਹ ਸੋਧ ਕਰ ਦਿੰਦੇ ਹਾਂ। ਫਿਰ ਸੋਧਾਂ ਦੀ ਇੱਕ ਲੰਬੀ ਲਿਸਟ ਬਣ ਗਈ ਜਿਹਨੂੰ ਅਸੀਂ ਰਿਜੈਕਟ ਕੀਤਾ। ਤੇ ਸਾਨੂੰ ਸਰਕਾਰ ਦੇ ਮੰਤਰੀ ਕਹਿੰਦੇ ਆ, ਇੱਕ ਵੱਡਾ ਮੰਤਰੀ ਕਹਿੰਦਾ ਮੀਟਿੰਗ ਵਿੱਚ, ਭਰਾਵੋ ਕੋਈ ਐਸਾ ਰਸਤਾ ਲੱਭੋ ਜਿਹਦੇ ਨਾਲ ਸਰਕਾਰ ਦੀ ਵੀ ਇੱਜ਼ਤ ਬਚ ਜਾਏ, ਤੁਹਾਡਾ ਵੀ ਕੰਮ ਹੋ ਜਾਏ। ਇਹਦੇ ਮਾਨੇ ਕੀ ਹੈ? ਇਹਦੇ ਮਾਨੇ ਇਹ ਹੈ ਵੀ ਸਰਕਾਰ ਹਾਰ ਚੁੱਕੀ ਹੈ, ਇਖਲਾਕੀ ਤੌਰ ਤੇ ਸਰਕਾਰ ਦੀ ਹਾਰ ਹੋ ਚੁੱਕੀ। ਤੁਹਾਡੇ ਡੈਲੀਗੇਸ਼ਨ ਦੇ ਅੱਗੇ ਬੈਠਣ ਦੀ ਹਿੰਮਤ ਨਹੀਂ, ਇਸੇ ਕਰਕੇ ਅੱਜ ਆਨੇ ਬਹਾਨੇ ਗੱਲਬਾਤ ਤੋਂ ਟਾਲਾ ਵੱਟਦੀ ਹੈ। ਸਭ ਤੋਂ ਵੱਡੀ ਖੁਸ਼ੀ ਸਾਡੇ ਹਿੱਸੇ ਆਈ ਹੈ, ਜਿਹਦੇ 'ਚ ਸਭ ਤੋਂ ਵੱਧ ਯੋਗਦਾਨ ਇਹ ਸਾਡੇ ਕਬੱਡੀ ਵਾਲੇ ਨੌਜਵਾਨਾਂ ਦਾ ਹੈ। ਇਹ ਮੰਗੀ ਤੇ ਬਾਕੀ ਸਾਥੀ, ਤੇ ਉਦੋਂ ਵੱਡਾ ਯੋਗਦਾਨ ਸਾਡਾ ਛੋਟਾ ਵੀਰ ਮਨਤੀਰ ਤੇ ਗਾਜੀ ਹੋਰਾਂ ਦਾ ਹੈ, ਜਿਨ੍ਹਾਂ ਨੇ ਬੈਠ ਕੇ ਇੱਕ ਸਲਾਹ ਬਣਾਈ ਤੇ ਸਾਨੂੰ ਵੀ ਸ਼ਾਮਲ ਕਰਿਆ। ਸੋ ਜਿਹੜੀ ਚਿਰਾਂ ਤੋਂ ਇੱਕ ਗੱਲ ਆਮ ਪਿੰਡਾਂ 'ਚ ਰੜਕਦੀ ਸੀ ਕਿ ਏਕਾ ਨਹੀਂ, ਉਹ ਅੱਜ ਏਕਾ ਹੋ ਗਿਆ। ਸੋ ਇੱਕ ਨਾਰਾ ਬਾਬਾ ਜੀ ਦੇ ਚਰਨਾਂ 'ਚ ਆਪਾਂ ਇਹ ਕਹਿ ਕੇ ਲਾਉਣਾ ਹੈ ਕਿ ਭਵਿੱਖ 'ਚ ਬੱਚੇ, ਬੁੱਢੇ, ਬਜ਼ੁਰਗ, ਨੌਜਵਾਨ
ਸਾਡਾ ਇੱਕੋ ਰਾਹ ਹੈ ਮਿਸਟਰ ਪ੍ਰਾਈਮ ਮਿਨਿਸਟਰ, ਅਸੀਂ ਇਹ ਅੰਦੋਲਨ ਜਿੱਤਣਾ ਹੈ। ਔਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ। ਛੋਟੇ ਛੋਟੇ ਤਕਰਾਰ ਕਈ ਵਾਰੀ ਸਾਨੂੰ ਇੱਕ ਦੂਜੇ ਤੋਂ ਬਹੁਤ ਦੂਰ ਕਰ ਦਿੰਦੇ ਆ। ਪਰਮਾਤਮਾ ਕਰੇ ਕਿ ਸਾਡੇ 'ਚ ਤਕਰਾਰ ਨਾ ਹੋਣ ਔਰ ਅਸੀਂ ਰਲ ਕੇ ਚੱਲੀਏ। ਔਰ ਇਹ ਤੋਂ ਵੀ ਅੱਗੇ ਜਾ ਕੇ ਅਸੀਂ ਇਹ ਸੋਚਣਾ ਹੈ ਕਿ ਇਸ ਅੰਦੋਲਨ ਨੂੰ ਜੇ ਲੰਬਾ ਚੱਲਦਾ ਹੈ ਤਾਂ ਇਹਦੇ 'ਚ ਪੈਸੇ ਦੀ ਬਚਤ ਕਿਵੇਂ ਕਰਨੀ ਹੈ ਤੇ ਟੋਲੀਆਂ ਬਣਾ ਕੇ ਅਸੀਂ ਬਾਰੋ-ਬਾਰੀ ਕਿਵੇਂ ਦਿੱਲੀ ਪਹੁੰਚਣਾ ਹੈ। ਔਰ ਇਸ ਤੋਂ ਵੀ ਅੱਗੇ ਇਹ ਅੰਦੋਲਨ ਇਹ ਤਾਂ ਜਿੱਤਿਆ ਜਿਤਾਇਆ ਹੈ। ਇਹ ਤਾਂ ਜਿਹੜਾ ਮਿਸਟਰ ਪ੍ਰਾਈਮ ਮਿਨਿਸਟਰ ਆ ਥੋੜ੍ਹਾ ਜਿਹਾ ਰੌਂਡੀ ਹੈ, ਢੀਠ ਹੈ, ਹਾਰ ਨਹੀਂ ਮੰਨਦਾ। ਸੋ ਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਛੇਤੀ ਛੇਤੀ ਗੁਰੂ ਘਰੇ ਆਵੇ, ਮੱਥਾ ਟੇਕੇ ਤੇ ਆਪਣੀ ਭੁੱਲ ਬਖਸ਼ਾ ਕੇ ਸੰਗਤ 'ਚ ਬੈਠ ਕੇ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕੇ। ਅਸੀਂ ਉਹਦੇ ਲਈ ਵੀ ਦੁਆ ਕਰਾਂਗੇ ਕਿਉਂਕਿ ਅਸੀਂ ਭਾਈ ਕਨਈਆ ਦੇ ਵੀ ਬੱਚੇ ਹਾਂ, ਸਾਨੂੰ ਕੋਈ ਦੁਸ਼ਮਣ ਨਹੀਂ ਲੱਗਦਾ। ਸਾਡੀ ਲੜਾਈ ਜ਼ਰੂਰ ਹੈ ਪਰ ਅਸੀਂ ਕਦੇ ਕਿਸੇ ਦਾ ਮਾੜਾ ਨਹੀਂ ਸੋਚਦੇ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਜਿੱਥੇ ਅੱਜ ਸਿਆਸੀ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਜਦਾ ਕੀਤਾ ਜਾ ਰਿਹਾ ਹੈ, ਉੱਥੇ ਹੀ ਕਿਸਾਨ ਵੀ ਵੱਡੀ ਗਿਣਤੀ ਵਿੱਚ ਪਿੰਡ ਖਟਕੜ ਕਲਾਂ ਵਿਖੇ ਪਹੁੰਚੇ। ਹੁਸ਼ਿਆਰਪੁਰ ਦੇ ਪਿੰਡ ਰਾਜਪੁਰ ਭਈਆਂ ਤੋਂ ਅੱਜ ਇੱਕ ਵਿਸ਼ਾਲ ਟਰੈਕਟਰ ਮਾਰਚ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਲਈ ਰਵਾਨਾ ਹੋਇਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ 900 ਤੋਂ 1000 ਟਰੈਕਟਰ ਇਸ ਕਾਫਲੇ ਵਿੱਚ ਸ਼ਾਮਲ ਨੇ। ਖਟਕੜ ਕਲਾਂ ਦੀ ਪਵਿੱਤਰ ਧਰਤੀ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਮਗਰੋਂ ਉਹ ਬੰਗਾ ਦਾਣਾ ਮੰਡੀ ਵਿਖੇ ਚੱਲ ਰਹੀ ਕਿਸਾਨ ਮਹਾਸਭਾ ਵਿੱਚ ਸ਼ਾਮਲ ਹੋਣਗੇ। ਹੁਸ਼ਿਆਰਪੁਰ ਦੇ ਪਿੰਡ ਰਾਜਪੁਰ ਭਾਈਆਂ ਤੋਂ ਅੱਜ ਇੱਕ ਵਿਸ਼ਾਲ ਟਰੈਕਟਰ ਮਾਰਚ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਲਈ ਰਵਾਨਾ ਹੋਇਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਟਰੈਕਟਰ ਮਾਰਚ ਦਾ ਇਹ ਕਾਫਲਾ ਰਸਤੇ ਵਿੱਚ ਹੋਰ ਵੱਡਾ ਹੁੰਦਾ ਜਾਵੇਗਾ ਕਿਉਂਕਿ ਅਲੱਗ-ਅਲੱਗ ਪਿੰਡਾਂ ਤੋਂ ਕਈ ਕਿਸਾਨ ਇਸ ਕਾਫਲੇ ਦੇ ਨਾਲ ਜੁੜਨ ਦਾ ਇੰਤਜ਼ਾਰ ਕਰ ਰਹੇ ਨੇ। ਉਹਨਾਂ ਮੁਤਾਬਕ 900 ਤੋਂ 1000 ਟਰੈਕਟਰ ਸਵਾਰ ਕਿਸਾਨ ਖਟਕੜ ਕਲਾਂ ਪਹੁੰਚ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣਗੇ ਅਤੇ ਬੰਗਾ ਦਾਣਾ ਮੰਡੀ ਵਿਖੇ ਚੱਲ ਰਹੀ ਕਿਸਾਨ ਮਹਾਸਭਾ 'ਚ ਸ਼ਾਮਲ ਹੋਣਗੇ। ਕਿਸਾਨ ਆਗੂਆਂ ਨੇ ਭਗਤ ਸਿੰਘ ਨੂੰ ਆਪਣਾ ਨਾਇਕ ਦੱਸਦਿਆਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਇਸ ਦੇ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ। ਅੱਜ ਜੀ ਜਿਹੜਾ ਸਾਡਾ 23 ਮਾਰਚ ਦਾ ਦਿਹਾੜਾ, ਇਹ ਸ਼ਹੀਦ ਭਗਤ ਸਿੰਘ ਦਾ ਦਿਹਾੜਾ ਜਿਹੜਾ ਸਾਡਾ ਨਾਇਕ ਆ, ਤੇ ਉਹਦੇ ਲਈ ਅੱਜ ਅਸੀਂ ਉੱਥੇ ਜਾ ਰਹੇ ਹਾਂ। ਕਿਸਾਨ ਮੋਰਚੇ ਵਾਲੇ ਪਾਸਿਓਂ ਖਟਕੜ ਕਲਾਂ ਜਾ ਰਹੇ ਹਾਂ। ਇਹ ਸਾਡਾ ਜਿਹੜਾ ਕੰਮ ਵਾਲਾ ਖਿੱਤਾ ਅਸੀਂ ਉਹਦੇ ਵਿੱਚ ਦੀ ਇਹ ਟਰੈਕਟਰ ਮਾਰਚ ਕਰ ਰਹੇ ਹਾਂ ਤੇ ਅਸੀਂ ਉਹਨੂੰ ਸ਼ਰਧਾਂਜਲੀ ਦੇਣ ਲਈ, ਇਹਨਾਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦਾ ਸੁਨੇਹਾ ਦੇਣ ਲਈ ਉਹਨੂੰ ਕਿਹਾ ਸੀ ਕਿ ਨੌਜਵਾਨੋ ਜਾਗੋ, ਉੱਠੋ, ਤੁਹਾਨੂੰ ਸੁੱਤਿਆਂ ਯੁੱਗ ਬੀਤ ਗਏ। ਅੱਜ ਵੀ ਉਹੀ ਹਾਲਤ ਆ ਉਹਦੀ ਸ਼ਹੀਦੀ ਵੇਲੇ ਜਦੋਂ ਉਹਨੂੰ ਕਿਹਾ ਸੀ। ਅੱਜ ਵੀ ਸਾਡੇ ਦੇਸ਼ ਦੇ ਜਿਹੜੀਆਂ ਹਾਕਮ ਜਮਾਤਾਂ, ਬਹੁਤ ਸਾਰੇ ਕਾਰਪੋਰੇਟਾਂ ਨੂੰ ਤੇ ਸਾਮਰਾਜੀ ਦੇਸ਼ਾਂ ਨੂੰ ਇਹ ਜਿਹੜਾ ਸਾਡਾ ਦੇਸ਼ ਆ, ਇਹਦੇ ਮਾਲ ਖਜ਼ਾਨੇ ਆ, ਇਹ ਵੇਚ ਰਹੇ ਆ। ਅੱਜ ਭਗਤ ਸਿੰਘ ਦਾ ਜਿਹੜਾ ਬੋਲ ਆ ਉਹ ਅੱਜ ਵੀ ਓਡਾ ਪ੍ਰਸੰਗਕ ਆ ਤੇ ਅੱਜ ਵੀ ਲੜਾਈ ਦੀ ਓਡੀ ਲੋੜ ਆ। ਅੱਜ ਖੇਤੀ ਦੇ ਉੱਤੇ ਸਾਡੇ ਤੇ ਬਹੁਤ ਵੱਡਾ ਹਮਲਾ ਹੋਇਆ। ਸਾਡੀਆਂ ਜ਼ਮੀਨਾਂ ਜਿਹੜੀਆਂ ਸਾਮਰਾਜੀਆਂ ਨੂੰ ਤੇ ਕਾਰਪੋਰੇਟ ਘਰਾਣਿਆਂ ਨੂੰ ਇਹ ਸੰਭਾਲਣ ਜਾ ਰਹੇ ਆ। ਇਸ ਲੜਾਈ ਦੇ ਵਿੱਚ ਜਿੰਨੇ ਵੀ ਦਿਨ ਆਏ, ਚਾਹੇ ਰਵਿਦਾਸ ਜੀ ਦਾ ਆਇਆ, ਚਾਹੇ ਗੁਰੂ ਤੇਗ ਬਹਾਦਰ ਜੀ ਦਾ ਆਇਆ, ਚਾਹੇ ਸਾਡੇ ਕਿਸੇ ਹੋਰ ਮਹਾਨ ਸ਼ਖਸੀਅਤ ਦਾ ਆਇਆ, ਇਸੇ ਤਰ੍ਹਾਂ ਹੀ ਇਹ ਭਗਤ ਸਿੰਘ ਦਾ ਦਿਹਾੜਾ ਆਇਆ। ਅਸੀਂ ਇਹਨੂੰ ਅੱਜ ਮਨਾ ਰਹੇ ਹਾਂ, ਵੱਡੀ ਪੱਧਰ ਤੇ ਜਾ ਰਹੇ ਹਾਂ, ਉੱਥੇ ਜਾ ਕੇ ਇਹੀ ਸੁਨੇਹਾ ਦੇਣ ਨੂੰ ਕਿ ਭਗਤ ਸਿੰਘ ਦੇ ਵਾਰਸ ਆ ਜਿਹੜੇ ਅੱਜ ਵੀ ਜਿੰਦੇ ਆ ਤੇ ਇਹ ਲੰਬੀ ਲੜਾਈ ਲੜਨ ਲਈ ਇਹ ਤਿਆਰ ਆ। ਜਦ ਤੱਕ ਤੁਸੀਂ ਸਾਡੀਆਂ ਇਹ ਜ਼ਮੀਨਾਂ ਜਿਹੜੀਆਂ ਲਈ ਕਾਲੇ ਕਾਨੂੰਨ ਬਣਾਏ ਆ ਇਹ ਵਾਪਸ ਨਹੀਂ ਲਓਗੇ, ਖਤਮ ਨਹੀਂ ਕਰੋਗੇ, ਉਦ ਤੱਕ ਜਿਹੜਾ ਇਹ ਆ ਸਾਡਾ ਸੰਘਰਸ਼ ਚੱਲਦਾ ਰਹੂਗਾ। ਇਹ ਅਸੀਂ ਲੋਕਾਂ ਨੂੰ, ਜਿਹੜੇ ਸਾਡੇ ਕਿਸਾਨ ਵਾ ਤੇ ਹੋਰ ਲੋਕ ਵਾ ਜਿਹੜੇ, ਉਹਨਾਂ ਨੂੰ ਜਾਗਰਤ ਕਰਨ ਲਈ, ਖਾਸ ਕਰਕੇ ਨੌਜਵਾਨਾਂ ਨੂੰ, ਕਿਉਂਕਿ ਭਗਤ ਸਿੰਘ ਜੇ ਜਿਉਂਦਾ ਹੁੰਦਾ ਅੱਜ ਨੂੰ ਉਹ ਬਹੁਤ ਬੁੱਢਾ ਹੋਇਆ ਹੋਣਾ ਸੀਗਾ ਤੇ ਸ਼ਾਇਦ ਇਸ ਦੁਨੀਆ 'ਚ ਨਾ ਰਹਿੰਦਾ। ਉਹ ਸਾਡੇ ਲਈ ਸਦਾ ਹੀ ਨੌਜਵਾਨ ਹੀ ਰਿਹਾ। ਇਸ ਕਰਕੇ ਨੌਜਵਾਨਾਂ ਨੂੰ ਜਿਹੜਾ ਉਹਨੇ ਸੁਨੇਹਾ ਸੀ ਦਿੱਤਾ ਕਿ ਨੌਜਵਾਨੋ ਉੱਠੋ, ਜਾਗੋ, ਤੁਹਾਨੂੰ ਸੁੱਤਿਆਂ ਨੂੰ ਯੁੱਗ ਬੀਤ ਗਏ ਆ, ਉਹ ਸੁਨੇਹਾ ਲੈ ਕੇ ਅਸੀਂ ਜਾ ਰਹੇ ਹਾਂ। ਸਾਡਾ ਸਮਾਂ ਜਿਹੜਾ ਬਜ਼ੁਰਗਾਂ ਦਾ ਉਹ ਪੂਰਾ ਤਕਰੀਬਨ ਹੋਣ ਵਾਲਾ ਆ ਤੇ ਇਹ ਜਿਹੜੇ ਮਸਲੇ ਆ ਤੁਹਾਡੇ ਆ। ਜੇ ਅੱਜ ਤੁਸੀਂ ਆਪਣੇ ਮਸਲੇ ਜਿਹੜੇ ਆ, ਆਪਣੀਆਂ ਜ਼ਮੀਨਾਂ ਨੂੰ ਨਹੀਂ ਬਚਾਓਗੇ, ਆਪਣੀਆਂ ਨਸਲਾਂ ਨੂੰ ਨਹੀਂ ਬਚਾਓਗੇ, ਤਾਂ ਇਹ ਮਤਲਬ ਜਿਹੜੇ ਮੋਦੀ ਸਰਕਾਰ ਵਾ, ਇਹ ਕੱਲੀ ਇਹ ਹੀ ਨਹੀਂ, ਸਾਰੀ ਦੁਨੀਆ ਦੇ ਵਿੱਚ ਇਹਦੇ ਵਰਗੇ ਮੋਦੀ ਵਰਗੇ ਇਹ ਕੁਝ ਕਰ ਰਹੇ ਆ। ਕਿਉਂਕਿ ਇਹ ਸਾਰਾ WTO ਜਿਹੜੀ ਮਤਲਬ ਹੈਗੀ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਤੇ ਉਹਦੇ ਨਾਲ ਸਹਿਮਤੀ ਨਾਲ ਇਹ ਸਾਰਾ ਕੁਝ ਹੋ ਰਿਹਾ। ਇਹ ਕਾਂਗਰਸ ਰਾਜ ਨੇ ਸ਼ੁਰੂ ਕੀਤਾ ਸੀ
ਤੇ ਇਹਨੇ ਹੁਣ ਸਿਰੇ ਲਾਉਣ ਤੇ ਜਿਹੜਾ ਮੋਦੀ ਆ ਉਹ ਪਹੁੰਚਿਆ ਆ। ਇਸ ਕਰਕੇ ਜੇ ਅੱਜ ਨੌਜਵਾਨ ਨਹੀਂ ਉੱਠਣਗੇ ਤਾਂ ਉਹਨਾਂ ਦਾ ਜਿਹੜਾ ਭਵਿੱਖ ਆ ਆਉਣ ਵਾਲਾ ਬਹੁਤ ਜ਼ਿਆਦਾ ਧੁੰਦਲਾ ਹੋਣਾ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਉਹਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਕਾਲੇ ਕਾਨੂੰਨ ਲੈ ਕੇ ਆਈ ਹੈ। ਉਹ ਆਪਣੀ ਫਸਲ ਦਾ ਸੌਦਾ ਤਾਂ ਕਰ ਸਕਦੇ ਨੇ, ਪਰ ਜ਼ਮੀਨ ਦਾ ਸੌਦਾ ਕਦੇ ਨਹੀਂ ਕਰਨਗੇ। ਉਹਨਾਂ ਮੁਤਾਬਕ ਜਿੰਨੀ ਦੇਰ ਤੱਕ ਇਸ ਸਰਕਾਰ ਦਾ ਹੰਕਾਰ ਨਹੀਂ ਟੁੱਟਦਾ, ਉਹਨਾਂ ਦਾ ਅੰਦੋਲਨ ਜਾਰੀ ਰਹੇਗਾ। ਅੱਜ ਤੜਕੇ ਆਏ ਤੇਜ਼ ਮੀਂਹ ਤੇ ਝੱਖੜ ਨੇ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਕਰ ਦਿੱਤਾ ਹੈ। ਕਿਸਾਨ ਪਹਿਲਾਂ ਹੀ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਕਾਰਨ ਆਪਣੀ ਹੋਂਦ ਨੂੰ ਜੰਗ ਲੜ ਰਹੇ ਨੇ। ਹੁਣ ਇਸ ਕੁਦਰਤੀ ਕਰੋਪੀ ਨੇ ਕਿਸਾਨਾਂ ਦੀ ਔਲਾਦ ਵਾਂਗੂ ਪਾਲੀ ਫਸਲ ਜ਼ਮੀਨ ਤੇ ਵਿਛਾ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਕਿ ਫਸਲ ਨੁਕਸਾਨੀ ਜਾਣ ਕਾਰਨ ਜਿੱਥੇ ਝਾੜ ਘੱਟ ਨਿਕਲੇਗਾ, ਉੱਥੇ ਹੀ ਕਣਕ ਦੀ ਕੁਆਲਿਟੀ ਵੀ ਪ੍ਰਭਾਵਿਤ ਹੋਵੇਗੀ ਅਤੇ ਉਹਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਹੋਵੇਗਾ। ਅੱਜ ਸਵੇਰੇ 4 ਵਜੇ ਦੇ ਕਰੀਬ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਏ ਭਾਰੀ ਝੱਖੜ ਅਤੇ ਮੀਂਹ ਨੇ ਕਣਕ ਦੀ ਫਸਲ ਨੂੰ ਬੁਰੀ ਤਰ੍ਹਾਂ ਝੰਬਦਿਆਂ ਧਰਤੀ ਤੇ ਵਿਛਾ ਦਿੱਤਾ ਹੈ। ਇਸ ਤੋਂ ਇਲਾਵਾ ਸਬਜ਼ੀਆਂ ਅਤੇ ਹੋਰ ਫਸਲਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਈ ਥਾਵਾਂ ਉੱਤੇ ਰੁੱਖ ਟੁੱਟਣ ਦੀਆਂ ਖਬਰਾਂ ਵੀ ਮਿਲੀਆਂ ਨੇ। ਬਿਜਲੀ ਸਪਲਾਈ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਕਣਕ ਦੇ ਝਾੜ ਉੱਪਰ ਇਸ ਬਾਰਿਸ਼ ਦਾ ਅਸਰ ਪਵੇਗਾ। ਉੱਥੇ ਹੀ ਦੇਰ ਰਾਤ ਸਰਹੱਦੀ ਖੇਤਰ ਫਿਰੋਜ਼ਪੁਰ ਵਿੱਚ ਆਈ ਤੇਜ਼ ਬਾਰਿਸ਼ ਅਤੇ ਹਨੇਰੀ ਕਾਰਨ ਕਿਸਾਨਾਂ ਦੀ ਔਲਾਦ ਵਾਂਗੂ ਪਾਲੀ ਕਣਕ ਦੀ ਫਸਲ ਡਿੱਗਣ ਨਾਲ ਜ਼ਮੀਨ ਤੇ ਵਿਛ ਗਈ ਹੈ। ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਣਕ ਡਿੱਗਣ ਨਾਲ ਝਾੜ ਉੱਤੇ ਕਾਫੀ ਫਰਕ ਪਵੇਗਾ, ਜਿਸ ਨਾਲ ਉਹਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਵੇਗਾ। ਕਿਸਾਨਾਂ ਦਾ ਕਹਿਣਾ ਸੀ ਕਿ ਫਸਲ ਡਿੱਗਣ ਨਾਲ ਨਾ ਸਿਰਫ ਝਾੜ ਘਟੇਗਾ, ਸਗੋਂ ਕਣਕ ਦੀ ਕੁਆਲਿਟੀ ਵੀ ਘਟ ਜਾਵੇਗੀ ਅਤੇ ਇਸ ਦੀ ਤੂੜੀ ਵੀ ਠੀਕ ਤਰ੍ਹਾਂ ਨਾਲ ਨਹੀਂ ਬਣ ਸਕੇਗੀ। ਚਿੰਤਾ ਬਹੁਤ ਹੈ ਜੀ। ਹੁਣ ਜਿਵੇਂ ਹੁਣ ਬੱਦਲ ਮੌਸਮ ਸਾਫ਼ ਨਹੀਂ ਹੋ ਰਿਹਾ ਤੇ ਨਾ ਤਾਂ ਅਸੀਂ ਪਾਣੀ ਲਾਉਣ ਜੋਗੇ, ਜੇ ਪਾਣੀ ਲਾਉਨੇ ਆ ਤੇ ਕਣਕ ਡਿੱਗਦੀ ਹੈ ਤੇ ਜੇ ਨਹੀਂ ਲਾਉਂਦੇ ਤੇ ਜੇ ਮੀਂਹ ਨਹੀਂ ਪੈਂਦਾ ਫਿਰ ਸੋਕਾ ਵੀ ਖਾ ਰਹੀ ਕਣਕ। ਇਸ ਕਰਕੇ ਜਿਹੜੀ ਕਣਕ ਡਿੱਗੀ ਉਹਦਾ ਝਾੜ ਘਟਣ ਦਾ ਤਾਂ ਬਹੁਤ ਨੁਕਸਾਨ ਹੈ। ਕਣਕ ਵਿਛ ਗਈ, ਇਹਦਾ ਆਟੋਮੈਟਿਕਲੀ ਝਾੜ ਘਟ ਜਾਣਾ, ਕਿਉਂਕਿ ਹੁਣ ਗਰਮੀ ਬਹੁਤ ਪੈ ਰਹੀ ਹੈ। ਕੁਝ ਕਿਸਾਨ ਦੁੱਤੋ ਰਿਕਤੀ ਜੇ ਚ ਵੀ ਅਸੀਂ ਫਸਲ ਨੂੰ ਪਾਣੀ ਲਾਈਏ ਚਾਹੇ ਨਾ ਲਾਈਏ, ਜੇ ਤਾਂ ਪਾਣੀ ਨਹੀਂ ਲੱਗਦਾ, ਬਰਸਾਤ ਘੱਟ ਹੁੰਦੀ, ਉਹਦੇ ਨਾਲ ਵੀ ਨੁਕਸਾਨ ਹੈ। ਤੇ ਜਿਵੇਂ ਹੁਣ ਬਰਸਾਤ ਹੋ ਰਹੀ, ਹਨੇਰੀ ਚੱਲਦੀ ਪਈ, ਫਸਲ ਥੱਲੇ ਲੰਮੇ ਪੈ ਜਾਏਗੀ ਤੇ ਆਟੋਮੈਟਿਕਲੀ ਫਸਲ ਦਾ ਝਾੜ ਘਟੇਗਾ। ਫਸਲ ਜਿਹੜੀ ਗਾਂ ਅੱਗੇ ਤੂੜੀ ਬਣਨੀ, ਫਸਲ ਡਿੱਗੇਗੀ ਤੇ ਕਣਕ ਤੂੜੀ ਕਾਲੀ ਬਣੇਗੀ। ਇਹਦੇ ਨਾਲ ਨੁਕਸਾਨ ਤਾਂ ਹੈ ਹੀ ਹੈ। ਨਾ ਬੜੇ ਕਾਰਨ ਹੈ, ਟੈਕਨੀਕਲੀ ਕਾਰਨ ਵੀ ਦੱਸਦਾ ਮੈਂ। ਇਹਦੇ ਵਿੱਚ ਟੈਕਨੀਕਲੀ ਕਾਰਨ ਕੀ ਆ ਵੀ ਜਿਹੜਾ ਹੁਣ ਇਹਨੇ ਥੱਲੇ ਡਿੱਗ ਜਾਣਾ, ਉਹ ਡਿੱਗਣ ਦੇ ਨਾਲ ਇਹਦੇ ਨਾਲ ਮਿੱਟੀ ਲੱਗ ਜਾਂਦੀ ਆ। ਜਦੋਂ ਬਾਅਦ 'ਚ ਪੱਕਦੀ ਵੀ ਹੈ ਫਸਲ, ਉਦੋਂ ਕੀ ਹੈ ਜਿਹੜੀ ਥੱਲੇ ਆ ਗਈ ਉਹ ਸਿੱਟਾ ਛੇਤੀ ਪੱਕਦਾ ਨਹੀਂ, ਦੂਜੀ ਜਿਹੜੀ ਕਣਕ ਆ ਉਹ ਪੱਕ ਜਾਂਦੀ ਹੈ। ਜਦੋਂ ਅਸੀਂ ਉਹਦੀ ਕਟਾਈ ਕਰਦੇ ਉਹਦੀ ਕੁਆਲਿਟੀ ਵੀ ਨਹੀਂ ਬਣਦੀ। ਝਾੜ ਤਾਂ ਘਟਣਾ ਹੀ ਘਟਣਾ ਹੈ। ਝਾੜ ਤਾਂ ਇੱਕ ਸਾਰੀ ਦੁਨੀਆ ਨੂੰ ਪਤਾ ਹੈ ਵੀ ਇਹ ਜਦੋਂ ਥੱਲੇ ਡਿੱਗ ਗਈ, ਇਹਦੀ ਜੜ੍ਹ ਹਿੱਲ ਗਈ, ਸਾਰਾ ਕੁਝ ਉਹ ਘਟਣਾ ਹੀ ਘਟਣਾ ਹੈ। ਪਲੱਸ ਇਹਦੀ ਕੁਆਲਿਟੀ ਵੀ ਖਰਾਬ ਹੋ ਜਾਣੀ। ਕੁਆਲਿਟੀ ਖਰਾਬ ਹੋਣ ਦਾ ਕਾਰਨ ਇਹ ਹੀ ਹੈ ਵੀ ਇਹ ਥੱਲੇ ਪੈ ਗਈ। ਇਹ ਜਿਹੜੇ ਥੱਲੇ ਆ ਗਏ ਇਹ ਸਿੱਟਾ ਛੇਤੀ ਪੱਕਣਾ ਨਹੀਂ, ਤੇ ਜਿਹੜਾ ਉੱਪਰ ਰਹਿ ਜਾਣਾ ਉਹ ਪੱਕ ਜਾਣਾ ਆਦੇ ਟਾਈਮ 'ਤੇ। ਤੋ ਇਸ ਕਰਕੇ ਇਹਦਾ ਤੂੜੀ ਬਣਾਉਣ 'ਚ ਵੀ ਦਿੱਕਤ ਆਉਣੀ ਹੈ ਤੇ ਜਿਹੜਾ ਇਹਦੇ ਝਾੜ ਦੇ ਵਿੱਚ ਤੇ ਕੁਆਲਿਟੀ 'ਚ ਵੀ ਬਹੁਤ ਵੱਡਾ ਰਾਤ ਦੀ ਲੱਗੀ ਹੈ ਜੀ। ਕਦੇ ਇੱਕ ਵਾਰ ਹਨੇਰੀ ਆ ਜਾਂਦੀ ਹੈ, ਕਦੇ ਮੀਂਹ ਆ ਜਾਂਦਾ ਹੈ। ਮਤਲਬ ਜ਼ਿਮੀਂਦਾਰ ਤਾਂ ਪਹਿਲਾਂ ਹੀ ਤੰਗ ਆ। ਸਾਰਾ ਜ਼ਿਮੀਂਦਾਰ ਜਾ ਕੇ ਦਿੱਲੀ ਸੜਕਾਂ 'ਤੇ ਬੈਠਾ ਹੈ, ਮੋਦੀ ਜੀ ਦੇ ਪਿੱਠ ਸਿਆਪੇ ਕਰ ਰਿਹਾ ਹੈ, ਤੇ ਉੱਤੋਂ ਜਿਹੜਾ ਹੈ ਰੱਬ ਵੀ ਸਾਡੇ ਨਾਲ ਕਿਤੇ ਨਾ ਕਿਤੇ ਹੇਰ ਫੇਰ ਕਰ ਰਿਹਾ। ਨਾ ਤਾਂ ਹੁਣ ਜ਼ਿਮੀਂਦਾਰ ਜਿਹੜਾ ਉਹ ਪਾਣੀ ਲਾਉਣ ਜੋਗਾ ਹੈ, ਜੇ ਪਾਣੀ ਨਹੀਂ ਲਾਉਂਦਾ ਤੇ ਫਸਲ ਸੁੱਕਦੀ ਆ, ਜੇ ਪਾਣੀ ਲਾਉਣੇ ਆ ਤੇ ਕਣਕ ਡਿੱਗਦੀ ਆ। ਬਹੁਤ ਵੱਡਾ ਨੁਕਸਾਨ ਹੈ ਜ਼ਿਮੀਂਦਾਰ ਦਾ, ਬਹੁਤ ਵੱਡਾ ਨੁਕਸਾਨ। ਕਾਫੀ ਚਿੰਤਾ ਬਣੀ ਹੈ ਜੀ, ਚਿੰਤਾ ਬਹੁਤ ਹੈ। ਜੇ ਪਾਣੀ ਲਾਉਣੇ ਆ, ਨਹੀਂ ਲਾਉਂਦੇ ਤਾਂ ਸੁੱਕਾ ਆਜੂ, ਜੇ ਲਾਉਣੇ ਆ ਤਾਂ ਫਸਲ ਡਿੱਗ ਪਈ ਆ। ਵੇਖੋ ਤੁਹਾਡੇ ਸਾਹਮਣੇ ਫਸਲ ਸਾਰੀ ਡਿੱਗੀ ਪਈ ਆ, ਬੁਰਾ ਹਾਲ ਹੈ। ਜ਼ਿਮੀਂਦਾਰ ਤਾਂ ਰੇਖ ਦਾ ਉਹ ਵੀ ਮਾਰਿਆ ਗਿਆ, ਇੱਕ ਮੋਦੀ ਨੇ ਮਾਰਤਾ ਜੀ ਤੇ ਦੂਜਾ ਰੱਬ ਮਰੀ ਜਾਂਦਾ ਜੀ ਉੱਤੋਂ। ਦੁੱਧ ਜਿਹੜਾ ਬਣਿਆ ਹੈ ਕਣਕ ਦੇ ਵਿੱਚ, ਜਦੋਂ ਹਵਾ ਵਗਦੀ ਹੈ ਸਿੱਟੇ ਨਾਲ ਸਿੱਟਾ ਵੱਜ ਕੇ ਦੁੱਧ ਦਾ ਜਿਹੜਾ ਹੈ ਉਹ ਸਾਰਾ ਕਾਲਾ ਪੈ ਜਾਂਦਾ ਜੀ, ਸੁੱਕ ਜਾਣਾ ਇਹਨੇ ਦੁੱਧ ਦੇਣੇ ਅੰਦਰ ਹੀ ਕਣਕ ਦੇ ਜੀ। ਤੇ ਤੀਜਾ ਜਿਹੜੀ ਹਵਾ ਜਿਹੜੀ ਚੱਲਦੀ ਪਈ, ਜਿਵੇਂ ਦੱਸਿਆ ਜੀ ਸੁਖਵਿੰਦਰ ਸਿੰਘ ਜੀ ਨੇ, ਇਹਦਾ ਕਣਕ ਸਾਰੀ ਲੰਮੀ ਪਈ ਜਾਂਦੀ ਹੈ ਜੀ। ਲੰਮੀ ਪੈ ਕੇ ਡਿੱਗ ਜਾਣਾ, ਡਿੱਗ ਕੇ ਧਰਤੀ ਨਾਲ ਲੱਗ ਜਾਣਾ ਇਹਨੇ, ਤੇ ਇਹਦਾ ਝਾੜ ਜਿਹੜਾ ਉਹ ਆਟੋਮੈਟਿਕਲੀ 10-12 ਮਣ ਘਟ ਜਾਣਾ ਜੀ। ਕਿਸਾਨਾਂ ਮੁਤਾਬਕ ਇੱਕ ਪਾਸੇ ਤਾਂ ਉਹ ਕੇਂਦਰ ਸਰਕਾਰ ਦੇ 3 ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ਉੱਤੇ ਸੰਘਰਸ਼ ਕਰ ਰਹੇ ਨੇ, ਉੱਪਰੋਂ ਕੁਦਰਤ ਵੀ ਉਹਨਾਂ ਨਾਲ ਨਾਰਾਜ਼ ਨਜ਼ਰ ਆ ਰਹੀ ਹੈ। ਉਹਨਾਂ ਮੁਤਾਬਕ ਅਜਿਹੇ ਮੌਸਮ ਵਿੱਚ ਉਹ ਆਪਣੇ ਖੇਤਾਂ ਨੂੰ ਪਾਣੀ ਲਗਾਉਣ ਜਾਂ ਨਾ ਲਗਾਉਣ, ਇਸ ਬਾਰੇ ਵੀ ਸ਼ਸ਼ੋਪੰਜ ਬਣਿਆ ਹੋਇਆ ਹੈ।
ਤਲਵੰਡੀ ਸਾਬੋ ਦੇ ਪਿੰਡ ਰਾਮਾ ਵਿਖੇ ਬੀਤੀ ਦੇਰ ਰਾਤ ਜਿੱਥੇ ਤੇਜ਼ ਮੀਂਹ ਅਤੇ ਝੱਖੜ ਨੇ ਕਹਿਰ ਢਾਇਆ, ਉੱਥੇ ਹੀ ਪਿੰਡ ਵਿੱਚੋਂ ਗੁਜ਼ਰਦੇ ਸੂਏ ਦੇ ਟੁੱਟਣ ਨਾਲ ਫਸਲ ਦਾ ਭਾਰੀ ਨੁਕਸਾਨ ਹੋਇਆ। ਆਪਣੀਆਂ ਫਸਲਾਂ ਦੀ ਬਰਬਾਦੀ ਵੇਖ ਕਿਸਾਨਾਂ ਨੇ ਸੜਕ ਵਿਚਾਲੇ ਟਰੈਕਟਰ ਖੜੇ ਕਰਕੇ ਧਰਨਾ ਲਗਾ ਦਿੱਤਾ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦਾ ਕਹਿਣਾ ਸੀ ਕਿ ਸੂਆ ਟੁੱਟਣ ਨਾਲ 10 ਕਿੱਲੇ ਤੋਂ ਉੱਪਰ ਫਸਲ ਦਾ ਨੁਕਸਾਨ ਹੋਇਆ। ਜਿੰਨੀ ਦੇਰ ਤੱਕ ਉਹਨਾਂ ਨੂੰ ਇਸ ਦਾ ਮੁਆਵਜ਼ਾ ਨਹੀਂ ਮਿਲਦਾ, ਉਹ ਇਹ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ। सुबह 3 बजे का सूआ टुटिया जी, हजे तक एक कोई उपड़िया नहीं, अफसर एक उपड़िया वो कोई बंद नहीं कर रहे। साडी ये सारी 10 किले ज इधर कणक भर के उपर दी होर कणकां ते नुकसान हो गया जी। सारे आ पार्किंग है, ये 3 किलियां जे भर गई जी, सारे ट्रक विच खड़े है जी। पार्किंग इहदा नुकसान हो गया बेचारे दा, आ सारा साडा नुकसान हो गया जी। रिफाइनरी दा कोई बंदा नहीं उपड़िया, एक मुलाजम उपड़िया, वो बेचारा खड़ा कल्ला, वो कुछ नहीं कर सकता जी। ये बंद नहीं कर रहे। हजे भी जे कोई साडा बंद हो जाता तो साडा नुकसान बच रहिंदा, पर यह मुश्किल ही बचे जी। साडी यही मंग है जी, असीं ये फेर बंद करन देवांगे, बंद तो हो ही नहीं रहा। जे साडा ये सारा नुकसान देणगे, भरपाई करनगे, नुकसान का साडा मुआवजा मिले पार्किंग वाले नूं भी, ते ये जिहड़ियां कणकां खराब होईयां वेख के मुआयना करके सारा फिर मुआवजा देण, उदों बाਅਦ ਇਹ सूआ बंद करन देवांगे जी। असीं कर नहीं दिंदे ਵੀਰੇ। ਇੱਕ ਤਾਂ ਫਸਲਾਂ ਦਾ ਨੁਕਸਾਨ ਹੋ ਗਿਆ, ਫਿਰ ਰਿਫਾइनरी ਨੂੰ ਸੂਆ ਜਾਂਦਾ ਹੈਗਾ, ਤੇ ਇੱਕ ਸਾਡੀ ਇੱਥੇ ਪਾਰਕਿੰਗ ਹੈ ਟੈਂਕਰਾਂ ਦੀ, ਸਾਡਾ ਵੀ ਇਹ 'ਚ ਬਹੁਤ ਨੁਕਸਾਨ ਹੋਇਆ ਹੈਗਾ ਤੇ ਫਸਲਾਂ ਵੀ ਮਰ ਗਈਆਂ। ਸੁਬਾਹ ਦੇ 3 ਵਜੇ ਦਾ ਇਹ ਸੂਆ ਟੁੱਟਿਆ ਸੀ। ਇਹਨਾਂ ਨੂੰ ਪ੍ਰਸ਼ਾਸਨ ਨੂੰ ਜਾ ਕੇ ਰਿਪੋਰਟ ਕਰੀ ਗੇਟ ਤੇ ਜਾ ਕੇ, ਕਰਨਾਲ ਗੇਟ ਤੇ, ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ। ਸਾਡੇ ਆਪ ਦੇ ਖੁਦ ਬੰਦਿਆਂ ਨੇ ਜਾ ਕੇ ਉੱਥੇ ਪਾਣੀ ਬੰਦ ਕਰਾਇਆ ਪਿੱਛੋਂ, ਤੇ ਹਜੇ ਜਿਹੜਾ ਟੁੱਟਿਆ ਹੋਇਆ ਪਾਣੀ ਇਹ ਬੰਦ ਨਹੀਂ ਹੋ ਰਿਹਾ। ਜਿੰਨਾ ਚਿਰ ਇਹ ਸਾਡਾ ਨੁਕਸਾਨ ਨਹੀਂ ਦਿੰਦੇ, ਸਾਡਾ ਮੁਆਵਜ਼ਾ ਨਹੀਂ ਦਿੰਦੇ, ਉਹਨਾਂ ਚਿਰ ਰਿਫਾइनरी ਪਾਣੀ ਨਹੀਂ ਜਾਣ ਦਿੰਦੇ। ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਹੈ ਤੇ ਅਸੀਂ ਆ ਰੋਡ ਦਾ ਜਾਮ ਕਰਤਾ, ਧਰਨਾ ਲਾਤਾ, ਉਹਨਾਂ ਚਿਰ ਰੋਡ ਜਾਮ ਰੱਖਾਂਗੇ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਸਰੂਪ ਦੇ ਪੱਧਰ ਦਾ ਪਤਾ ਕਰਨ ਲਈ ਭੇਜੇ ਗਏ 401 ਨਮੂਨਿਆਂ ਵਿੱਚੋਂ 81% ਵਿੱਚ ਯੂਕੇ ਦੇ ਕੋਵਿਡ ਦੀ ਕਿਸਮ ਪਾਈ ਗਈ ਹੈ। ਕੋਰੋਨਾ ਦੇ ਇਸ ਨਵੇਂ ਸਟ੍ਰੇਨ ਦਾ ਮੁਕਾਬਲਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੀਕਾਕਰਨ ਦਾ ਦਾਇਰਾ ਵਧਾ ਕੇ ਇਸ ਵਿੱਚ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ। ਸੂਬੇ ਅੰਦਰ ਨਵੇਂ ਵਾਇਰਸ ਦੀ ਲਪੇਟ 'ਚ ਜ਼ਿਆਦਾਤਰ ਨੌਜਵਾਨ ਹੀ ਆ ਰਹੇ ਨੇ। ਤਾਜ਼ਾ ਸਥਿਤੀ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਗੱਲ ਦੀ ਲੋੜ ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਆਬਾਦੀ ਦੇ ਵੱਡੇ ਤਬਕੇ ਨੂੰ ਵੀ ਟੀਕਾਕਰਨ ਮੁਹਿੰਮ ਵਿੱਚ ਛੇਤੀ ਤੋਂ ਛੇਤੀ ਸ਼ਾਮਲ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ। ਉਹਨਾਂ ਧਿਆਨ ਦਿਵਾਇਆ ਕਿ ਮਾਹਿਰਾਂ ਵੱਲੋਂ ਮੌਜੂਦਾ ਕੋਵਿਸ਼ੀਲਡ ਦਵਾਈ ਨੂੰ ਯੂਕੇ ਦੇ ਵਾਇਰਸ ਲਈ ਵੀ ਬੇਹੱਦ ਕਾਰਗਰ ਪਾਇਆ ਗਿਆ। ਇਸ ਲਈ ਇਸ ਵਾਇਰਸ ਦੇ ਫੈਲਾਅ ਦੀ ਲੜੀ ਤੋੜਨ ਲਈ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਜ਼ਰੂਰੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਵੀ ਕੋਵਿਡ ਤੋਂ ਸੁਰੱਖਿਆ ਸੰਬੰਧੀ ਸਾਰੇ ਨਿਯਮਾਂ ਜਿਵੇਂ ਕਿ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦਾ ਪਾਲਣ ਕਰਨ ਦੀ ਅਪੀਲ ਕੀਤੀ। ਉਹਨਾਂ ਚੇਤਾਵਨੀ ਦਿੱਤੀ ਕਿ ਸੂਬਾ ਸਰਕਾਰ ਜਿਸ ਨੇ ਤਾਜ਼ਾ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ, ਹੋਰ ਪਾਬੰਦੀਆਂ ਲਾਉਣ ਲਈ ਮਜਬੂਰ ਹੋਵੇਗੀ ਜੇਕਰ ਲੋਕਾਂ ਨੇ ਕੋਵਿਡ ਤੋਂ ਬਚਾਅ ਸੰਬੰਧੀ ਨਿਯਮਾਂ ਦਾ ਪਾਲਣ ਨਾ ਕੀਤਾ। ਦੇਸ਼ ਵਿੱਚ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾਵੇਗਾ। ਮੋਦੀ ਕੈਬਨਿਟ ਨੇ ਇਹ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਵੈਕਸੀਨ ਦੀ ਭਰਪੂਰ ਡੋਜ਼ ਹੈ, ਕੋਰੋਨਾ ਟੀਕੇ ਦੀ ਕੋਈ ਘਾਟ ਨਹੀਂ ਹੈ। ਇਸ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ, ਇਹ ਫੈਸਲਾ ਲਿਆ ਗਿਆ ਕਿ 1 ਅਪ੍ਰੈਲ ਤੋਂ ਕੋਰੋਨਾ ਟੀਕਾ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਖੁੱਲੇਗਾ। ਅਸੀਂ ਬੇਨਤੀ ਕਰਦੇ ਹਾਂ ਕਿ ਸਾਰਿਆਂ ਨੂੰ ਤੁਰੰਤ ਰਜਿਸਟਰ ਕਰਨਾ ਚਾਹੀਦਾ ਤੇ ਟੀਕਾ ਲਗਵਾਉਣਾ ਚਾਹੀਦਾ ਹੈ। ਦੱਸਦੀ ਕਿ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਪੂਰੇ ਜ਼ੋਰਾਂ ਨਾਲ ਫੈਲ ਰਹੀ ਹੈ। ਅਜਿਹੀ ਸਥਿਤੀ ਵਿੱਚ ਹਰ ਸੂਬੇ ਅਤੇ ਕੇਂਦਰ ਸਰਕਾਰ ਪੂਰਾ ਧਿਆਨ ਦੇ ਰਹੀ ਹੈ ਕਿ ਕੋਰੋਨਾ ਖਿਲਾਫ ਹਰ ਸੰਭਵ ਬਚਾਅ ਕੀਤਾ ਜਾਵੇ ਅਤੇ ਇਸ ਲਈ ਟੀਕਾ ਸਭ ਤੋਂ ਢੁਕਵਾਂ ਤਰੀਕਾ ਹੈ। ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਲਈ ਵੱਡੀ ਖਬਰ ਹੈ। ਫਰਵਰੀ ਵਿੱਚ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਾ ਦੇਣ ਦੇ ਫੈਸਲੇ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਵਿਸਾਖੀ ਦੇ ਤਿਉਹਾਰ ਮੌਕੇ ਇੱਕ ਜਥਾ ਪਾਕਿਸਤਾਨ ਭੇਜਣ ਲਈ ਸਹਿਮਤੀ ਦੇ ਦਿੱਤੀ ਹੈ। ਕੇਂਦਰ ਸਰਕਾਰ ਨੇ ਵਿਸਾਖੀ ਮੌਕੇ ਤੇ ਸਿੱਖ ਜਥੇ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਭੇਜਣ ਦਾ ਫੈਸਲਾ ਕੀਤਾ ਹੈ। ਇਸ ਜਥੇ ਨੂੰ 12 ਅਪ੍ਰੈਲ ਤੋਂ 21 ਅਪ੍ਰੈਲ ਤੱਕ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਫੈਕਸ ਸੰਦੇਸ਼ ਭੇਜਿਆ ਗਿਆ ਹੈ, ਜਿਸ ਵਿੱਚ ਜਥੇ ਦੇ ਪ੍ਰੋਗਰਾਮ ਦੀ ਰੂਪਰੇਖਾ ਵੀ ਨਿਰਧਾਰਿਤ ਕੀਤੀ ਗਈ ਹੈ। ਨਾਲ ਹੀ ਸ਼੍ਰੋਮਣੀ ਕਮੇਟੀ ਨੂੰ 26 ਮਾਰਚ ਤੱਕ ਤੀਰਥ ਯਾਤਰੀਆਂ ਦੀ ਸੂਚੀ ਭੇਜਣ ਦੀ ਹਦਾਇਤ ਕੀਤੀ ਗਈ ਹੈ। 2 ਸਾਲਾਂ ਦੇ ਲੰਬੇ ਵਕਫੇ ਮਗਰੋਂ ਅੱਜ ਪਾਕਿਸਤਾਨੀ ਅਧਿਕਾਰੀਆਂ ਦਾ 8 ਮੈਂਬਰੀ ਵਫਦ ਭਾਰਤ ਪੁੱਜਾ। ਵਫਦ ਦੇ ਮੈਂਬਰਾਂ ਦੀ ਭਾਰਤੀ ਅਧਿਕਾਰੀਆਂ ਨਾਲ ਅੱਜ ਤੇ ਕੱਲ 2 ਦਿਨ ਸਿੰਧੂ ਜਲ ਸਮਝੌਤੇ ਤੇ ਮੀਟਿੰਗ ਹੋ ਰਹੀ ਹੈ। ਪਾਕਿਸਤਾਨ ਵਫਦ ਵਾਘਾ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਇਆ ਅਤੇ ਅੰਮ੍ਰਿਤਸਰ ਦੇ ਏਅਰਪੋਰਟ ਲਈ ਰਵਾਨਾ ਹੋ ਗਿਆ। ਵਫਦ ਦੇ ਮੈਂਬਰ ਅੰਮ੍ਰਿਤਸਰ ਤੋਂ ਦਿੱਲੀ ਹਵਾਈ ਜਹਾਜ਼ ਰਾਹੀਂ ਗਏ ਨੇ, ਜਿੱਥੇ ਉਹਨਾਂ ਦੀ ਸਿੰਧੂ जल समझौते ते आज महत्वपूर्ण चर्चा हो रही है। हमारे सीनियर ऑफिसर ने 2 दिन पहले हमको इंटीमेट किया था कि पाकिस्तान की तरफ से एक डेलीगेशन 8 मेंबर्स का आ रहा है, तो आज वो आए हुए हैं।
दिल्ली जा रहे हैं। उनका वहाँ पे रिसोर्स ऑफ वाटर के रिगार्डिंग पानी की बंटवारे के संबंधी मीटिंग है। ਮੋਗਾ ਪੁਲਿਸ ਨੇ ਇੱਕ ਅਜਿਹੇ ਸਨਕੀ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਜੋ ਲੁੱਟ ਦੀ ਨੀਅਤ ਨਾਲ ਬਜ਼ੁਰਗ ਮਹਿਲਾ ਡਾਕਟਰ ਦੇ ਘਰ ਦਾਖਲ ਹੋਇਆ ਅਤੇ ਉਸ ਦਾ ਕਤਲ ਕਰਨ ਦੀ ਵੀਡੀਓ ਆਪਣੀ ਗਰਲਫ੍ਰੈਂਡ ਨੂੰ ਭੇਜਣ ਲਈ ਮੋਬਾਈਲ ਕੈਮਰੇ 'ਚ ਕੈਦ ਕਰ ਲਈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਵੀਡੀਓ ਪੇਜ ਉਹ ਆਪਣੀ ਗਰਲਫ੍ਰੈਂਡ ਦੇ ਪਤੀ ਨੂੰ ਇਸੇ ਤਰ੍ਹਾਂ ਮਾਰ ਮੁਕਾਉਣ ਦੀ ਧਮਕੀ ਦੇਣਾ ਚਾਹੁੰਦਾ ਸੀਗਾ। ਪੁਲਿਸ ਨੇ ਘਰੋਂ ਲੁੱਟੀ ਗਈ ਨਕਦੀ ਅਤੇ ਮੋਬਾਈਲ ਬਰਾਮਦ ਕਰ ਲਿਆ ਅਤੇ ਹੁਣ ਉਸ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੋਗਾ ਸ਼ਹਿਰ ਦੇ ਪਾਸ਼ ਇਲਾਕੇ ਸੋਢੀ ਨਗਰ ਵਿੱਚ ਬੀਤੀ 15 ਮਾਰਚ ਨੂੰ ਇੱਕ ਮਹਿਲਾ ਡਾਕਟਰ ਸੁਸ਼ੀਲ ਕੁਮਾਰੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ। ਪੁਲਿਸ ਨੇ ਇਸ ਮਾਮਲੇ 'ਚ ਮਹਿਲਾ ਡਾਕਟਰ ਦੀ ਗਲੀ ਵਿੱਚ ਹੀ ਰਹਿਣ ਵਾਲੇ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਗੁਰਜੰਟ ਨਸ਼ੇ ਦਾ ਆਦੀ ਹੈ ਅਤੇ ਅਕਸਰ ਲੋੜ ਪੈਣ ਉੱਤੇ ਪੈਸੇ ਲੈਣ ਮਹਿਲਾ ਡਾਕਟਰ ਕੋਲ ਜਾਂਦਾ ਰਹਿੰਦਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਗੁਰਜੰਟ ਨੂੰ ਪਤਾ ਸੀ ਕਿ 15 ਮਾਰਚ ਨੂੰ ਡਾਕਟਰ ਘਰ ਵਿੱਚ ਇਕੱਲੀ ਹੈ ਅਤੇ ਉਸ ਦੇ 2 ਭਰਾ ਕੰਮ ਦੇ ਸਿਲਸਿਲੇ ਵਿੱਚ ਘਰੋਂ ਬਾਹਰ ਨੇ। ਗੁਰਜੰਟ ਲੁੱਟ ਦੀ ਨੀਅਤ ਨਾਲ ਮਹਿਲਾ ਡਾਕਟਰ ਦੇ ਘਰ ਅੰਦਰ ਦਾਖਲ ਹੋਇਆ ਅਤੇ ਬਾਥਰੂਮ 'ਚ ਲੁੱਕ ਕੇ ਬੈਠ ਗਿਆ। ਗੁਰਜੰਟ ਨੇ ਸਿਰਫ ਇਸ ਲਈ ਬਜ਼ੁਰਗ ਡਾਕਟਰ ਨੂੰ ਮਾਰ ਮੁਕਾਇਆ ਕਿਉਂਕਿ ਉਸਨੇ ਉਸ ਨੂੰ ਪਛਾਣ ਲਿਆ ਸੀ। ਇੱਕ 16 ਤਰੀਕ ਨੂੰ ਸੋਢੀ ਨਗਰ ਜੀਰਾ ਰੋਡ ਗਲੀ ਨੰਬਰ 8 ਦੇ ਵਿੱਚ ਇੱਕ ਬਜ਼ੁਰਗ ਔਰਤ ਸੀਗੇ ਜਿਨ੍ਹਾਂ ਦੀ ਉਮਰ ਕਰੀਬ 75 ਸਾਲ ਸੀ। ਉਹਨਾਂ ਦੀ ਡੈੱਡ ਬੋਡੀ ਮਿਲੀ ਸੀਗੀ ਤੇ ਉਹਨਾਂ ਦੇ ਬ੍ਰਦਰ ਦੀ ਸਟੇਟਮੈਂਟ ਤੇ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮੁਕੱਦਮਾ ਨੰਬਰ 34 ਦਰਜ ਕੀਤਾ ਗਿਆ ਸੀਗਾ। ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਉਸੇ ਗਲੀ ਦੇ ਵਿੱਚ ਹੀ ਗੁਰਜੰਟ ਸਿੰਘ ਏਲੀਅਸ ਜੰਟਾ ਨਾਮ ਦਾ ਮੁੰਡਾ ਰਹਿੰਦਾ ਸੀ 22 ਸਾਲ ਦਾ, ਜਿਹੜਾ ਪੇਂਟਰ ਦਾ ਕੰਮ ਕਰਦਾ ਹੈ ਤੇ ਉਹਨੂੰ ਇਹ ਪਤਾ ਸੀਗਾ ਵੀ ਇਹ ਨਰਸ ਰਿਟਾਇਰ ਹੋਇਆ ਤੇ ਇਹਨਾਂ ਕੋਲ ਕਾਫੀ ਪੈਸੇ ਨੇ। ਇਹ ਜਿਹੜੇ ਲੇਡੀ ਸੀਗੇ ਇਹਨਾਂ ਦੇ 2 ਬ੍ਰਦਰ ਵੀ ਸੀਗੇ, ਉਹ ਟਵਿਨਸ ਨੇ ਦੋਵੇਂ, ਉਹਨਾਂ ਦੀ ਉਮਰ ਸੀਗੀ 49 ਸਾਲ। ਇਹਨੂੰ ਇਹ ਵੀ ਪਤਾ ਸੀਗਾ ਵੀ ਉਹਨਾਂ 'ਚੋਂ ਇੱਕ ਭਰਾ ਦਿੱਲੀ ਗਿਆ ਹੋਇਆ ਤੇ ਇੱਕ ਭਰਾ ਪਿਛਲੇ ਹਫਤੇ ਤੋਂ ਫਿਰੋਜ਼ਪੁਰ ਗਿਆ ਹੋਇਆ ਸੀਗਾ। ਇਹਨੇ ਇਸੇ ਨੀਅਤ ਨਾਲ ਹੀ ਸਵੇਰੇ 5 ਵਜੇ ਕੰਧ ਟੱਪ ਕੇ 15 ਤਰੀਕ ਨੂੰ ਸਵੇਰੇ 5 ਵਜੇ ਉਹਨਾਂ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਤੇ ਬਾਥਰੂਮ 'ਚ ਲੁੱਕ ਕੇ ਬੈਠ ਗਿਆ ਕਿ ਇਹ ਗੇਟ ਵਗੈਰਾ ਖੋਲ੍ਹਣਗੇ, ਬਾਹਰ ਜਾਣਗੇ ਤਾਂ ਮੈਂ ਚੋਰੀ ਕਰੂੰਗਾ। ਪਰ ਉਹਨਾਂ ਨੇ ਇਹਨੂੰ ਦੇਖ ਲਿਆ, ਇਹਨੂੰ ਪਛਾਣ ਵੀ ਲਿਆ ਕਿਉਂਕਿ ਅਕਸਰ ਉਹਨਾਂ ਤੋਂ ਪੈਸੇ ਉਧਾਰ ਵਗੈਰਾ ਵੀ ਲੈ ਕੇ ਜਾਂਦਾ ਹੁੰਦਾ ਸੀਗਾ। ਤਾਂ ਜਦੋਂ ਇਹ ਪਛਾਣ ਲਿਆ ਉਹਨਾਂ ਨੇ ਇਹਨੂੰ ਤੇ ਉਹਨਾਂ ਦੇ ਦੁਪੱਟੇ ਨਾਲ ਹੀ ਉਹਦਾ ਗਲਾ ਘੁੱਟ ਕੇ ਤੇ ਉਹਦੀ ਹੱਤਿਆ ਕਰ ਦਿੱਤੀ। ਪੁਲਿਸ ਅਧਿਕਾਰੀਆਂ ਮੁਤਾਬਕ ਕਾਤਲ ਨੇ ਬਜ਼ੁਰਗ ਡਾਕਟਰ ਦੀ ਹੱਤਿਆ ਕਰਨ ਤੋਂ ਬਾਅਦ ਆਪਣੇ ਮੋਬਾਈਲ ਨਾਲ ਵੀਡੀਓ ਵੀ ਬਣਾਈ। ਇਹ ਵੀਡੀਓ ਉਹ ਆਪਣੀ ਗਰਲਫ੍ਰੈਂਡ ਨੂੰ ਭੇਜਣਾ ਚਾਹੁੰਦਾ ਸੀ ਜੋ ਫਿਰੋਜ਼ਪੁਰ ਵਿਆਹੀ ਹੋਈ ਹੈ। ਇਸ ਵੀਡੀਓ ਰਾਹੀਂ ਕਾਤਲ ਆਪਣੀ ਗਰਲਫ੍ਰੈਂਡ ਨੂੰ ਧਮਕੀ ਦੇਣਾ ਚਾਹੁੰਦਾ ਸੀ ਕਿ ਉਹ ਉਸ ਨਾਲ ਆ ਕੇ ਰਹੇ, ਨਹੀਂ ਤਾਂ ਉਸ ਦੇ ਘਰ ਵਾਲੇ ਦਾ ਵੀ ਇਹੀ ਹਾਲ ਕਰੇਗਾ। ਹਾਂਜੀ, ਇਹਨੇ ਇੱਕ ਵੀਡੀਓ ਵੀ ਬਣਾਈ ਸੀ ਉਸ ਵੇਲੇ ਮਰਡਰ ਕਰਨ ਤੋਂ ਬਾਅਦ। ਇਹਦੇ ਕਹਿਣ ਅਨੁਸਾਰ ਇਹਦੀ ਜਿਹੜੀ ਸੀਗੀ ਵਾਈਫ ਇਹਨੂੰ ਕਰੀਬ 2 ਸਾਲ ਪਹਿਲਾਂ ਛੱਡ ਕੇ ਚਲੀ ਗਈ ਸੀਗੀ। ਉਸ ਤੋਂ ਬਾਅਦ ਇਹਦੀ ਇੱਕ ਫਰੈਂਡ ਸੀਗੀ ਫਿਰੋਜ਼ਪੁਰ ਕਿ ਉਹਨੂੰ ਡਰਾਉਣ ਵਾਸਤੇ ਉਹਨੂੰ ਕਹਿੰਦਾ ਹੁੰਦਾ ਸੀ ਵੀ ਤੂੰ ਮੇਰੇ ਨਾਲ ਆ ਕੇ ਰਹਿ, ਆਪਣੇ ਘਰ ਵਾਲੇ ਨੂੰ ਛੱਡ ਕੇ ਤੇ ਇੱਥੇ ਆ। ਇਹ ਉਹਨੂੰ ਡਰਾਉਣ ਵਾਸਤੇ ਇਹਨੇ ਬਣਾਈ ਸੀਗੀ। ਵਾਰਦਾਤ ਕਰਨ ਤੋਂ ਬਾਅਦ ਇਹ ਉੱਥੋਂ ਇਹਨੇ 500 ਰੁਪਈਆ ਪਲੱਸ ਇੱਕ ਜਿਹੜੇ ਉਹ ਲੇਡੀ ਸੀਗੇ ਉਹਨਾਂ ਦਾ ਮੋਬਾਈਲ ਫੋਨ ਉਹ ਇਹਨੇ ਚੋਰੀ ਕੀਤਾ ਸੀ। ਉਹ ਦੋਵੇਂ ਚੀਜ਼ਾਂ ਅਸੀਂ ਬਰਾਮਦ ਕਰ ਲਈਆਂ। ਉਹ ਇਹੀ ਕਹਿੰਦਾ ਸੀ ਕਿ ਵੀ ਤੂੰ ਮੇਰੇ ਨਾਲ ਆ ਕੇ ਰਹਿ, ਵੀ ਤੇਰੇ ਹਸਬੈਂਡ ਦਾ ਵੀ ਨਹੀਂ ਤਾਂ ਇਹੀ ਹਾਲ ਕਰੂੰਗਾ। ਇਹ ਦੋਸ਼ੀ ਦੇ ਕਹਿਣ ਅਨੁਸਾਰ ਵੀ ਮੈਂ ਇਸ ਪਰਪਸ ਲਈ ਉਹ ਵੀਡੀਓ ਬਣਾਈ ਸੀ ਮੌਕੇ ਦੀ। ਅਸੀਂ ਮੇਨ ਜਿਹੜਾ ਗੁਰਜੰਟ ਸਿੰਘ ਜੰਟਾ ਦੋਸ਼ੀ ਇਹਨੂੰ ਅਰੈਸਟ ਕਰ ਲਿਆ ਸੀ। ਗ੍ਰਿਫਤਾਰੀ ਮਗਰੋਂ ਪੁਲਿਸ ਨੇ ਮਹਿਲਾ ਡਾਕਟਰ ਦੇ ਘਰੋਂ ਚੋਰੀ ਕੀਤਾ ਗਿਆ ਮੋਬਾਈਲ ਫੋਨ ਅਤੇ 500 ਰੁਪਏ ਆਰੋਪੀ ਕੋਲੋਂ ਬਰਾਮਦ ਕੀਤੇ ਨੇ। ਹੁਣ ਉਸ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਪੱਟੀ ਦੇ ਪਿੰਡ ਸਬਰਾਂ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਦੁਬਈ 'ਚ ਲਾਪਤਾ ਹੋ ਗਈ। ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਨੂੰ ਦੁਬਈ ਭੇਜਣ ਵਾਲੀ ਟਰੈਵਲ ਏਜੰਟ ਨੇ ਜਾਂ ਤਾਂ ਉਸ ਨੂੰ ਮਰਵਾ ਦਿੱਤਾ ਹੈ ਅਤੇ ਜਾਂ ਕਿਤੇ ਅਗਵਾ ਕਰਕੇ ਰੱਖਿਆ ਹੋਇਆ। ਪੀੜਤ ਪਰਿਵਾਰ ਨੇ ਇਨਸਾਫ ਲਈ ਪੁਲਿਸ ਅਧਿਕਾਰੀਆਂ ਅੱਗੇ ਵੀ ਗੁਹਾਰ ਲਗਾਈ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਹੁਣ ਉਹਨਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਰਾਜਵਿੰਦਰ ਕੌਰ ਦਾ ਪਤਾ ਲਗਾ ਕੇ ਉਸ ਨੂੰ ਵਾਪਸ ਇੰਡੀਆ ਮੰਗਵਾਇਆ ਜਾਵੇ ਅਤੇ ਆਰੋਪੀ ਟਰੈਵਲ ਏਜੰਟ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਟਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਪੱਟੀ ਦੇ ਪਿੰਡ ਸਬਰਾ ਦੇ ਇੱਕ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੀੜਤ ਵਿਅਕਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਰਾਜਵਿੰਦਰ ਕੌਰ ਨੂੰ ਪ੍ਰਿੰਗੜੀ ਦੀ ਇੱਕ ਏਜੰਟ ਨੇ ਦੁਬਈ ਭੇਜਿਆ ਸੀ, ਜਿੱਥੇ ਜਾ ਕੇ ਉਸ ਦਾ ਪਾਸਪੋਰਟ ਵੀ ਰੱਖ ਲਿਆ ਅਤੇ ਕੋਈ ਕੰਮ ਵੀ ਨਹੀਂ ਦਵਾਇਆ। ਇੰਨਾ ਹੀ ਨਹੀਂ, ਕਈ ਦਿਨਾਂ ਤੋਂ ਉਹਨਾਂ ਦੀ ਗੱਲ ਵੀ ਰਾਜਵਿੰਦਰ ਕੌਰ ਨਾਲ ਨਹੀਂ ਕਰਵਾਈ ਜਾ ਰਹੀ।
ਉਹਨਾਂ ਨੂੰ ਸ਼ੱਕ ਹੈ ਕਿ ਏਜੰਟ ਨੇ ਰਾਜਵਿੰਦਰ ਕੌਰ ਨੂੰ ਬਾਹਰ ਮਰਵਾ ਦਿੱਤਾ ਹੈ ਜਾਂ ਕਿਤੇ ਅਗਵਾ ਕਰਕੇ ਰੱਖਿਆ ਹੋਇਆ ਹੈ, ਜਿਸ ਕਰਕੇ ਉਸ ਨਾਲ ਕੋਈ ਰਾਬਤਾ ਨਹੀਂ ਹੋ ਰਿਹਾ। ਉਹਨਾਂ ਵੱਲੋਂ ਇਸ ਸੰਬੰਧੀ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਨੂੰ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਗਈਆਂ ਨੇ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪੀੜਤ ਵਿਅਕਤੀ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੀਆਂ 2 ਛੋਟੀਆਂ ਧੀਆਂ ਨੇ ਜੋ ਹਰ ਰੋਜ਼ ਫੋਟੋ ਅੱਗੇ ਰੱਖ ਕੇ ਆਪਣੀ ਮਾਂ ਦੀ ਉਡੀਕ ਵਿੱਚ ਅੱਖਾਂ ਭਰਦੀਆਂ ਰਹਿੰਦੀਆਂ ਨੇ ਅਤੇ ਰੋਂਦੀਆਂ ਰਹਿੰਦੀਆਂ ਨੇ, ਪਰ ਇਸ ਏਜੰਟ ਨੂੰ ਉਹਨਾਂ ਉੱਤੇ ਵੀ ਤਰਸ ਨਹੀਂ ਆ ਰਿਹਾ। ਉਹਨਾਂ ਪੁਲਿਸ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਇਸ ਏਜੰਟ ਉੱਤੇ ਕਾਰਵਾਈ ਕਰਕੇ ਰਾਜਵਿੰਦਰ ਕੌਰ ਨੂੰ ਵਾਪਸ ਇੰਡੀਆ ਮੰਗਵਾਇਆ ਜਾਵੇ। ਪਨਿੰਗੜੀ ਏਜੰਟ ਨੇ ਸਾਨੂੰ ਬਹੁਤ ਹੀ ਪਰੇਸ਼ਾਨ ਕਰਕੇ ਰੱਖਿਆ ਵਾ ਤੇ ਸਾਨੂੰ ਫਸਾ ਦਿੱਤਾ, ਕਰਜ਼ਾਈ ਕਰ ਦਿੱਤਾ ਵਾ ਤੇ ਬਹੁਤੇ ਦੁਖੀ ਹੋ ਗਏ ਅਸੀਂ ਤੇ ਪੈਸੇ ਵੀ ਫੜ ਕੇ ਲੋਕਾਂ ਤੋਂ ਲਾ ਕੇ ਪੈਸੇ ਤੇ ਅਸੀਂ ਹਾਰ ਗਏ ਆ। ਸਾਡੇ ਘਰੇ ਹੁਣ ਰੋਜ਼ ਹੀ ਕੀੜੇ ਮਾਰਦੇ ਆ ਲੋਕੀ ਵੀ ਪੈਸੇ ਦਿਓ, ਸਾਡੇ ਪੈਸੇ ਦਿਓ। ਅਸੀਂ ਕਿੱਥੋਂ ਦੇਣ ਜੋਗੇ ਗਰੀਬ ਆਦਮੀ ਆ। ਘਰ ਦੀ ਆ ਜੀ ਦੁਬਈ ਆ ਜੀ। ਤੇ ਕੀ ਕਾਰਨ ਹੈ ਕਿ ਉੱਥੋਂ ਵਾਪਸ ਨਹੀਂ ਆਉਂਦੇ? ਹਾਂਜੀ, ਵਾਪਸ ਇਹ ਲਿਆਉਣ ਨਹੀਂ ਦਏ ਜੀ, ਇਹਨਾਂ ਦੀ ਕੋਈ ਕਾਰਵਾਈ ਚੱਲਣ ਡਈ ਆ ਤੇ ਕੀ ਗੱਲ ਕੀ ਮੰਗਾ ਦਾਂਗੇ ਪਰ ਇਹਨਾਂ ਨੇ ਅਜੇ ਤੱਕ ਮੰਗਾ ਕੇ ਨਹੀਂ ਦਿੱਤਾ। ਚੌਥਾ ਮਹੀਨਾ ਲੱਗ ਗਿਆ ਵਾ ਤੇ ਕਾਰਵਾਈ ਸ਼ੁਰੂ ਕੀਤੀ ਆ, ਪਰ ਇਹਨਾਂ ਨੇ ਇਦਾਂ ਹੀ ਸਾਨੂੰ ਲਲਪੇ ਲਾ ਕੇ ਕਿ ਮੰਗਾਉਣੇ ਆ ਕਰਦੇ ਆ ਥੋੜ੍ਹਿਆਂ ਦਿਨਾਂ ਤੱਕ ਹੀ ਵਾਪਸ ਆ ਜਾਊਗੀ, ਇਦਾਂ ਹੀ ਸਾਨੂੰ ਰੱਖੀ ਜਾਂਦੇ ਆ। ਇਹਨਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ, ਕਾਰਵਾਈ ਨਹੀਂ ਕੀਤੀ ਵੀ ਅਸੀਂ ਮੰਗਾ ਕੇ ਦਿੰਨੇ ਆ ਚਾਹੇ ਨਹੀਂ ਮੰਗਾ ਕੇ ਦਿੰਨੇ, ਇਦਾਂ ਹੀ ਲਾਰੇ ਲੱਪੇ ਲਾਈ ਜਾਂਦੇ। ਮੰਗ ਅਸੀਂ ਇਹੋ ਪ੍ਰਸ਼ਾਸਨ ਤੋਂ ਕਰਦੇ ਆ ਕਿ ਸਾਨੂੰ ਮੇਰੇ ਘਰ ਦੀ ਵਾਪਸ ਆਉਣੀ ਚਾਹੀਦੀ ਆ ਛੇਤੀ ਤੋਂ ਛੇਤੀ। ਸਾਡੇ ਬੱਚੇ ਵੀ ਆ ਨਿੱਕੇ ਤੁਸੀਂ ਵੇਖ ਹੀ ਲਏ ਆ, ਇਹ ਰੋਂਦੇ ਆ, ਵਿਲਕਣਦੇ ਆ, ਕਈ ਵਾਰ ਸਾਡੀ ਰੋਟੀ ਵੀ ਨਹੀਂ ਪੱਕਦੀ। ਅਸੀਂ ਬਹੁਤ ਹੀ ਮਜਬੂਰ ਹੋਏ ਪਏ, ਬਹੁਤੇ ਦੁਖੀ ਹੋਏ ਪਏ ਆ। ਅਸੀਂ ਸਭ ਕੁਝ ਆਪਣਾ ਵੇਚ ਕੇ ਆਪਣੀ ਮੰਮਾ ਨੂੰ ਬਾਹਰ ਘੱਲਿਆ ਸੀ ਤੇ ਪਿੰਗੜੀ ਦੇ ਏਜੰਟ ਨੇ ਉਹਨਾਂ ਨੂੰ ਉੱਥੋਂ ਭੇਜਿਆ ਸੀ ਉਹਨਾਂ ਨੂੰ, ਤੇ ਬਾਅਦ ਵਿੱਚ ਉੱਥੇ ਜਦੋਂ ਗਏ ਤੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਿਆ। ਉੱਥੇ ਉਹ ਆਫਿਸ ਵਿੱਚ ਆ ਤੇ ਉਹਨਾਂ ਨੂੰ ਕੋਈ ਵੀ ਉੱਥੋਂ ਕੰਮ ਨਹੀਂ ਮਿਲਿਆ ਹੈਗਾ ਤੇ ਸਾਡੀ ਉਹਨਾਂ ਨਾਲ ਗੱਲਬਾਤ ਵੀ ਨਹੀਂ ਹੁੰਦੀ। ਕੁਝ ਦਿਨ ਅਸੀਂ ਉਹਨੂੰ ਦਿੱਤੇ ਸੀ ਕਿ ਸਾਡੀ ਮੰਮੀ ਨੂੰ ਸਾਨੂੰ ਵਾਪਸ ਲੈ ਆਉਣ ਦਿਓ ਤੇ ਉਹ ਅਸੀਂ ਉਹਨੂੰ ਪੈਸੇ ਵੀ ਦੇਤੇ ਆ, ਪਰ ਉਹਨਾਂ ਨੇ ਸਾਡੀ ਮੰਮੀ ਨੂੰ ਵਾਪਸ ਨਹੀਂ ਲਿਆਣ ਕੇ ਦਿੱਤਾ। ਸਾਡੀ ਇਹੋ ਹੀ ਮੰਗ ਆ ਕਿ ਸਾਡੀ ਮੰਮੀ ਨੂੰ ਵਾਪਸ ਲਿਆ ਦਿੱਤਾ ਜਾਵੇ। ਅਸੀਂ ਤੇ ਇਹੋ ਹੀ ਮੰਗ ਕਰਦੇ ਹਾਂ ਕਿ ਸਾਡੀ ਮੰਮਾ ਨੂੰ ਵਾਪਸ ਲਿਆਂਦਾ ਜਾਵੇ ਛੇਤੀ ਤੋਂ ਛੇਤੀ, ਨਹੀਂ ਤੇ ਅਸੀਂ ਉਹਨਾਂ ਤੋਂ ਬਿਨਾਂ ਮਰ ਜਾਵਾਂਗੇ। ਉਹਨਾਂ ਨੂੰ ਪਰਿੰਗੀ ਵਾਲੇ ਏਜੰਟ ਨੇ ਭੇਜਿਆ ਸੀ ਤੇ ਉਹ ਹੁਣ ਆਫਿਸ 'ਚ ਤੇ ਉਹਨਾਂ ਨੂੰ ਅਸੀਂ ਆਖਿਆ ਕਿ ਕਢਾ ਦੇਣ ਮੰਮਾ ਨੂੰ, ਤੇ ਉਹ ਉਹਨੂੰ ਲਿਆ ਕੇ ਵੀ ਨਹੀਂ ਦੇਣ ਤੇ ਉਹਨਾਂ ਨੇ ਪੈਸੇ ਵੀ ਲੈ ਲਏ ਸੀ ਸਾਰੇ। ਮੰਮਾ ਤੇ ਬਾਹਰ ਆ ਉੱਥੇ? ਹਾਂਜੀ। ਮੰਮਾ ਨਾਲ ਗੱਲ ਨਹੀਂ ਨਾ ਹੁੰਦੀ? ਨਹੀਂ, ਮੰਮਾ ਨਾਲ ਗੱਲ ਵੀ ਨਹੀਂ ਕਰਨ ਦਿੰਦੇ। ਮੇਰੀ ਮੰਮਾ ਛੇਤੀ ਤੋਂ ਛੇਤੀ ਆ ਜਾਣਾ। ਉਧਰ ਜਦ ਇਸ ਸਾਰੇ ਮਾਮਲੇ ਸੰਬੰਧੀ ਟਰੈਵਲ ਏਜੰਟ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਅੱਗੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ ਦੇਣਾ ਚਾਹੀਦਾ ਹੈ ਅਤੇ ਦੁਬਈ 'ਚ ਫਸੀ ਰਾਜਵਿੰਦਰ ਕੌਰ ਦਾ ਪਤਾ ਲਗਾਉਣਾ ਚਾਹੀਦਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਰਿਹਾ ਕਿਸਾਨ ਅੰਦੋਲਨ ਦਾ ਅੱਜ ਦਾ ਦਿਨ। ਦਿੱਲੀ ਦੀਆਂ ਸਰਹੱਦਾਂ ਤੇ ਨੌਜਵਾਨਾਂ ਨੇ ਸਾਂਭੀ ਸੰਘਰਸ਼ ਦੀ ਕਮਾਨ। ਬੰਗਾ ਦਾਣਾ ਮੰਡੀ ਵਿਖੇ ਕਿਸਾਨ ਮਹਾਸਭਾ ਦਾ ਆਯੋਜਨ। ਤੇਜ਼ ਬਾਰਿਸ਼ ਅਤੇ ਝੱਖੜ ਕਾਰਨ ਖਟਕੜ ਕਲਾਂ ਦੀ ਥਾਂ ਬੰਗਾ ਵਿਖੇ ਇਕੱਠੇ ਹੋਏ ਹਜ਼ਾਰਾਂ ਕਿਸਾਨ। ਤੇਜ਼ ਮੀਂਹ ਅਤੇ ਝੱਖੜ ਨੇ ਸੂਬੇ 'ਚ ਕਈ ਥਾਈਂ ਜ਼ਮੀਨ ਤੇ ਵਿਛਾਈ ਕਣਕ ਦੀ ਫਸਲ। ਕਿਸਾਨਾਂ ਨੂੰ ਕਣਕ ਦਾ ਝਾੜ ਘੱਟ ਨਿਕਲਣ ਤੇ ਕੁਆਲਿਟੀ ਪ੍ਰਭਾਵਿਤ ਹੋਣ ਦਾ ਖਦਸ਼ਾ। ਤਲਵੰਡੀ ਸਾਬੋ 'ਚ ਸੂਆ ਟੁੱਟਣ ਨਾਲ 10 ਕਿੱਲੇ ਕਣਕ ਦਾ ਨੁਕਸਾਨ। ਕੇਂਦਰ ਨੇ ਕਰੋਨਾ ਟੀਕਾਕਰਨ ਲਈ 1 ਅਪ੍ਰੈਲ ਤੋਂ 45 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਦਿੱਤੀ ਇਜਾਜ਼ਤ। ਕੈਪਟਨ ਨੇ ਕੀਤੀ ਸੀ ਕੇਂਦਰ ਸਰਕਾਰ ਨੂੰ ਅਪੀਲ। ਅਤੇ ਕੇਂਦਰ ਸਰਕਾਰ ਨੇ ਵਿਸਾਖੀ ਮੌਕੇ ਪਾਕਿਸਤਾਨ ਜਥਾ ਭੇਜਣ ਦੀ ਦਿੱਤੀ ਇਜਾਜ਼ਤ। 12 ਤੋਂ 21 ਅਪ੍ਰੈਲ ਤੱਕ ਸ਼ਰਧਾਲੂ ਕਰ ਸਕਣਗੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੋ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।